ਹੁਕਮਰਾਨ ਦੀ ਸਰਕਾਰ ਹੋਵੇ ਔਰ ਉਹਨਾਂ ਦੇ ਹਲਕੇ ਨਾਲ ਸੰਬੰਧਿਤ ਚੇਅਰਪਰਸਨ ਉਹਨਾਂ ਨੂੰ ਇਲੈਕਸ਼ਨ ਤੋਂ 5-6 ਮਹੀਨੇ ਪਹਿਲਾਂ ਛੱਡ ਦੇਵੇ। ਇਸ ਤੋਂ ਬੜਾ ਸਾਫ਼ ਸੰਕੇਤ ਹੈ ਕਿ ਆਉਣ ਵਾਲੇ ਹਾਲਾਤ ਕਾਂਗਰਸ ਪਾਰਟੀ ਲਈ ਕਿਹੋ ਜਿਹੇ ਬਣਨਗੇ। ਜਟਕੀ ਭਾਸ਼ਾ 'ਚ ਜੇ ਕਹਿ ਦਿਆਂ ਅਹੁਦੇ ਦੀ ਭੁੱਖ ਤੇ ਢੀਠਪਣਾ ਹੱਦ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ। एडा ढीठपना ना विखाओ। जे थोनू इफ यू लॉस्ट फेथ इन योर चीफ मिनिस्टर फिर थोनू अस्तीफा दे देना चाहिए। कांग्रेस 3 हिस्से च वंडी गई है। एक तो कांग्रेस ठोकोताली ग्रुप बन गया, एक कांग्रेस अमरिंदर सिंह की बनी पई है और एक कांग्रेस इंदिरा जिन्होंने ये नहीं समझ आती कि मैं ठोकोताली नाल वसना कि मैं कप्तान नाल वसना। हलका जंडियाला गुरु तो ते मजीठे नाल संबंधित तरसिका ब्लॉक समति दे चेयरपर्सन बीबी परमजीत कौर जी वो कांग्रेस पार्टी नूं छड्ड के ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਆ। मैं समझदा है कि ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੇ ਅੱਜ ਪਰਿਵਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਆ ਉਹਦੇ 'ਚ ਵਾਈਸ ਪ੍ਰਧਾਨ ਡਿਸਟ੍ਰਿਕਟ ਐਸਸੀ ਮੋਰਚਾ ਗੁਰਦਾਸਪੁਰ ਦੇ ਸਾਬਕਾ ਸਰਪੰਚ ਦੋਦਵਾਨ ਸਤਿਕਾਰਯੋਗ ਬੇਬੀ ਭਗਤ जी, भगवान दास जी ਜਿਹੜੇ ਮੈਂਬਰ ਐਗਜ਼ੈਕਟਿਵ भी रहे हैं और इसे तरह नंगली पिंड तो मनदीप सिंह, परमजीत सिंह, रंजीत सिंह, बलदेव सिंह, बलविंदर सिंह, मनजीत कौर, रंजीत कौर, बलजीत कौर, राजविंदर कौर, गुरमुख सिंह, सरनैल सिंह, ये सारी लगभग कोई कांग्रेस या आम आदमी पार्टी नूं छड्ड के श्रोमणी अकाली दल में शामिल हो रहे हैं। मैं दिल दीआं गहराइयां चों इन्हां नूं जी आयां नूं कहना, इन्हां नूं धन्नवाद करदा और ये जॉइनिंग इसलिए भी जरूरी है क्योंकि अज तो कुछ समय पहला तरसिके और बाकी ब्लॉक समति दीआं चोणां होईयां सन और उस वेले भी कांग्रेस ने आपदी जोर अजमाई नाल एक चेयरमैन तरसिका आपदी बनाई सी और जिहड़े ये जॉइन कीते है सत्कारयोग बीबी जी परमजीत कौर जी PPCC ਦੇ ਜਿਹੜੇ ਐਕਟਿੰਗ ਪ੍ਰਧਾਨ ਨੇ ਡੈਨੀ ਜੀ ਉਹਨਾਂ ਦੇ ਹਲਕੇ ਨਾਲ ਸੰਬੰਧਿਤ ਹੈ, ਉਹਨਾਂ ਦੇ ਚੇਅਰਪਰਸਨ ਨੇ ਔਰ ਜਦੋਂ PPCC ਦੇ ਪ੍ਰਧਾਨ ਕੋਈ ਨਵ ਨਿਯੁਕਤ ਹੋਇਆ ਹੋਵੇ, ਹੁਕਮਰਾਨ ਦੀ ਸਰਕਾਰ ਹੋਵੇ ਔਰ ਉਹਨਾਂ ਦੇ ਹਲਕੇ ਨਾਲ ਸੰਬੰਧਿਤ ਚੇਅਰਪਰਸਨ ਉਹਨਾਂ ਨੂੰ ਇਲੈਕਸ਼ਨ ਤੋਂ 5-6 ਮਹੀਨੇ ਪਹਿਲਾਂ ਛੱਡ ਦੇਵੇ। ਇਸ ਤੋਂ ਬੜਾ ਸਾਫ਼ ਸੰਕੇਤ ਹੈ ਕਿ ਆਉਣ ਵਾਲੇ ਹਾਲਾਤ ਕਾਂਗਰਸ ਪਾਰਟੀ ਲਈ ਕਿਹੋ ਜਿਹੇ ਬਣਨਗੇ। ਔਰ ਮੈਂ ਇੱਕ ਗੱਲ ਦੀ ਤਾਂ ਇਹ ਬੀਬੀ ਜੀ ਉਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਤਾਂ ਆਪਦਾ ਫੈਸਲਾ ਅਸੂਲਨ ਕਰ ਲਿਆ, ਮਗਰ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਕੁਝ ਵਜ਼ੀਰ ਨੇ 4 ਇਹ ਜੇ ਪੰਜਾਬ ਸਰਕਾਰ 'ਚ ਮੈਂ ਕਹਿ ਸਕਦਾ ਲਫ਼ਜ਼ ਵਰਤਣੇ ਤਾਂ ਨਹੀਂ ਚਾਹੀਦੇ, ਮਗਰ ਜਟਕੀ ਭਾਸ਼ਾ 'ਚ ਜੇ ਕਹਿ ਦਿਆਂ ਅਹੁਦੇ ਦੀ ਭੁੱਖ ਤੇ ਢੀਠਪਣਾ ਹੱਦ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਕਿ ਜੇ ਤੁਹਾਨੂੰ ਆਪਦੇ ਮੁੱਖ ਮੰਤਰੀ ਤੇ ਭਰੋਸਾ ਨਹੀਂ ਰਹਿ ਗਿਆ ਤੇ ਤੁਸੀਂ ਤਾਂ ਆਪਦਾ ਅਹੁਦਾ ਛੱਡਦੇ ਨਹੀਂ, ਮਗਰ ਇੱਕ ਬਲਾਕ ਸਮਤੀ ਦੀ ਇੱਕ ਲੇਡੀ ਹੋਣ ਦੇ ਨਾਤੇ ਤੁਸੀਂ ਉਹਦਾ ਦ੍ਰਿੜ ਇਰਾਦਾ ਵੇਖੋ। ਔਰ ਮੈਨੂੰ ਪਤਾ ਅੱਜ ਤੋਂ ਬਾਅਦ ਉਹ 'ਤੇ ਦਬਾਅ ਵੀ ਬੜਾ ਪੈਣਾ कि जी ये तो एवें अकाली धक्के नाल इन्हां ने फैसला करा दिया, कुछ करा दिया, आपकी मर्जी नाल इत्थे आके बैठे हैं क्योंकि सरकारां बहुत कुछ करदियां ने, मगर मैं समझदा उन्हां वजीरां नूं कुछ सीखण दी लोड़ है कि तुसीं एडा ढीठपना ना विखाओ। जे तुहानूं इफ यू लॉस्ट फेथ इन योर चीफ मिनिस्टर फिर तुहानूं अस्तीफा दे देना चाहिए और अस्तीफा दे के जो असीं श्रोमणी अकाली दल ने विधान सभा 'च गल उठाई सी कि वोटिंग होवे, क्योंकि कांग्रेस 3 हिस्से च वंडी गई है। एक तो कांग्रेस ठोकोताली ग्रुप बन गया, एक कांग्रेस
ਅਮਰਿੰਦਰ ਸਿੰਘ ਦੀ ਬਣੀ ਪਈ ਆ, ਔਰ ਇੱਕ ਕਾਂਗਰਸ ਇੰਦਰਾ ਜਿਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਠੋਕੋਤਾਲੀ ਨਾਲ ਵਸਣਾ ਕਿ ਮੈਂ ਕਪਤਾਨ ਨਾਲ ਵਸਣਾ। ਉਹ ਵਿਚਾਰੇ ਕਦੇ ਸਵੇਰੇ ਪਤਾ ਲੱਗਦਾ ਇਹਨੂੰ ਖੜੇ ਹੁੰਦੇ ਆ, ਦੁਪਹਿਰ ਨੂੰ ਪਤਾ ਲੱਗਦਾ ਉਹਨੂੰ ਖੜੇ ਹੋ ਜਾਂਦੇ ਆ। ਇਹਨਾਂ ਹਾਲਾਤਾਂ 'ਚ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਮੁੱਦਿਆਂ ਦਾ ਕੀ ਬਣਨਾ? ਔਰ ਕੱਲ ਤੁਸੀਂ ਵੇਖੋ, ਬੜੇ ਜਿੱਥੇ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਕਿਸਾਨ ਲੀਡਰਸ਼ਿਪ ਨੂੰ, ਕਿਸਾਨਾਂ ਨੂੰ, ਕਿ ਠਾਠਾ ਮਾਰਦਾ ਇਕੱਠ ਉਹਨਾਂ ਨੇ ਮੁਜ਼ੱਫਰਨਗਰ 'ਚ ਕੀਤਾ। ਔਰ ਮੈਂ ਸਮਝਦਾ ਕਿ ਇਹ ਦਿੱਲੀ ਦੀ ਸੈਂਟਰਲ ਲੀਡਰਸ਼ਿਪ ਨੂੰ, ਜਿਹੜੀ ਸੈਂਟਰ ਸਰਕਾਰ ਹੈ, ਭਾਜਪਾ ਦੀ ਲੀਡਰਸ਼ਿਪ ਹੈ, ਉਹਨੂੰ ਇੱਕ ਸਾਫ਼ ਤਰੀਕੇ ਨਾਲ ਇੱਕ ਰੈੱਡ ਫਲੈਗ ਹੈ ਕਿ ਜੇ ਕਿਸਾਨਾਂ ਦੀ, ਦੇਸ਼ ਦੇ ਅੰਨਦਾਤਾ ਦੀ ਨਹੀਂ ਸੁਣੋਗੇ ਤੇ ਲੱਖਾਂ ਕਰੋੜਾਂ ਦੇ ਇਕੱਠ ਹੋਣੇ ਆ, ਔਰ ਇਹ ਲੋਕਾਂ ਨੇ ਤੁਹਾਨੂੰ ਕਦੇ ਮਾਫ ਨਹੀਂ ਕਰਨਾ। ਔਰ ਮੇਰੀ ਅੱਜ ਅਪੀਲ ਹੈ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਕਿ ਹੁਣ ਪੋਲਿਟਿਕਸ ਤੋਂ ਉੱਤੇ ਉੱਠ ਕੇ ਇੱਕ ਦੂਜੇ ਤੇ ਜਾ ਕੇ ਕਿਸਾਨ ਝੰਡਿਆਂ ਥੱਲੇ ਵਿਰੋਧ ਕਰਨ ਦੀ ਥਾਂ ਜਿਸ ਤਰੀਕੇ ਦੀ ਇਕਜੁੱਟਤਾ ਪੰਜਾਬ ਦੇ, ਦੁਨੀਆ ਭਰ ਦੇ ਕਿਸਾਨਾਂ ਨੇ ਵਿਖਾਈ ਆ, ਆਲ ਪੋਲੀਟੀਕਲ ਪਾਰਟੀਜ਼ ਨੀਡ ਟੂ ਕਮ ਟੂਗੇਦਰ। ਔਰ ਉਹੀ ਸਬੂਤ ਜੋ ਮੁਜ਼ੱਫਰਨਗਰ 'ਚ ਕਿਸਾਨਾਂ ਨੇ ਦਿੱਤਾ, ਉਹ ਜਿਹਾ ਸਬੂਤ ਇਕੱਠੇ ਹੋ ਕੇ, ਇੱਕ ਝੰਡੇ ਥੱਲੇ ਇਕੱਠੇ ਹੋ ਕੇ, ਕਿਸਾਨੀ ਮੁੱਦੇ ਤੇ ਇਕੱਠੇ ਹੋ ਕੇ, ਜੈ ਜਵਾਨ ਜੈ ਕਿਸਾਨ ਦੇ ਉਸ ਨਾਰੇ ਥੱਲੇ ਇਕੱਠੇ ਹੋ ਕੇ ਅੱਜ ਦੇਸ਼ ਦੇ ਅੰਨਦਾਤਾ ਦੀ ਲੜਾਈ ਲੜਨ ਦਾ ਸਮਾਂ ਆਇਆ। ਔਰ ਮੈਂ ਆਸ ਕਰਦਾ, ਉਮੀਦ ਕਰਦਾ that ਸਾਰੀ ਪੰਜਾਬ ਦੀ ਪੋਲੀਟੀਕਲ ਪਾਰਟੀਜ਼ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਗ੍ਹਾ, ਪੰਜਾਬ 'ਚ ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਜਗ੍ਹਾ ਇੱਕ ਜਗ੍ਹਾ ਤੇ, ਇੱਕ ਮੰਚ ਤੇ ਇਕੱਠੇ ਹੋ ਕੇ ਕਿਸਾਨੀ ਮੁੱਦਿਆਂ ਤੇ ਇਕੱਠੇ ਹੋ ਕੇ ਲੜਾਈ ਲੜਨ ਦਾ ਮਨ ਬਣਾਉਣਗੇ। ਇਸ ਲਈ ਮੈਂ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੇ ਇਹ ਪਰਿਵਾਰ ਸ਼ਾਮਿਲ ਹੋਏ ਆ, ਚਾਹੇ ਦੀਨਾਨਗਰ ਹਲਕੇ ਤੋਂ, ਚਾਹੇ ਜੰਡਿਆਲਾ ਗੁਰੂ ਹਲਕੇ ਤੋਂ, ਤੇ ਚਾਹੇ ਉਹ ਹੋਰ ਹਲਕਿਆਂ ਤੋਂ ਜਿਹੜੇ ਅੱਜ ਜੁਆਇਨ ਕੀਤੇ, ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ। ਜੇ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ, if there's any questions। ਜੀ ਸਾਹਿਬ, ਜਿਹੜੇ ਕਿਸਾਨਾਂ ਦੇ ਵਿਰੋਧ ਕਰਕੇ ਤੁਸੀਂ ਰੈਲੀਆਂ ਜਿਹੜੀਆਂ ਹੋਲਡ ਕੀਤੀਆਂ, ਤੇ ਕਿਹਾ ਜਾ ਰਿਹਾ ਤੁਹਾਡੇ ਵੱਲੋਂ ਕਿ ਇਹ ਕਾਂਗਰਸ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ, ਪਰ ਬਹੁਤ ਸਾਰੇ ਤੇ ਭਾਵੇਂ ਉਹ ਕਿਸਾਨ ਹੋਣ, ਪਰ ਬਹੁਤ ਪਾਰਟੀਆਂ ਦੇ ਵਿੱਚ ਸੰਬੰਧ ਰੱਖ ਸਕਦੇ ਨੇ ਕਿਸਾਨ। ਦੇਖੋ, ਅਸੀਂ ਪ੍ਰੋਗਰਾਮ ਇਸ ਲਈ ਹਾਲੇ ਆਪਦੇ ਰੋਕੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਮਾੜੇ ਅੰਸ਼ਰ ਇਹ ਬੜੇ ਆ ਵਿੱਚ, ਮੈਂ ਉਹਨਾਂ ਨੂੰ ਕਿਸਾਨ ਨਹੀਂ ਕਹਿ ਸਕਦਾ ਕਿਉਂਕਿ ਕਿਸਾਨ ਤਾਂ ਸ਼ਾਂਤਮਈ ਆ। ਕਿਸਾਨਾਂ ਨੇ ਸ਼ਾਂਤਮਈ ਆਪਦੀ ਅੰਦੋਲਨ ਅਸੀਂ ਵੇਖ ਰਹੇ ਹਾਂ ਪਿਛਲੇ 9-10 ਮਹੀਨੇ ਦੇ ਦਿੱਲੀ ਦੇ ਬਾਰਡਰ ਤੇ ਬਹਿ ਕੇ ਉਹ ਚਲਾ ਰਹੇ ਆ। ਲੜਾਈ ਦਿੱਲੀ ਦੇ ਸਰਕਾਰ ਨਾਲ ਹੈ, ਮਗਰ ਜੋ ਸਿਆਸੀ ਪਾਰਟੀ ਦਾ ਜਿਸ ਤਰੀਕੇ ਨਾਲ ਵਿਰੋਧ ਕਰਨਾ, ਔਰ ਮੈਂ ਤਾਂ ਫੋਟੋਆਂ ਵੀ ਜਨਤਕ ਕੀਤੀਆਂ ਨੇ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਜੁਆਇਨ ਜਦ ਕਰਾਉਣ ਜਾਣਾ, ਸ਼੍ਰੀ ਹਰਗੋਬਿੰਦਪੁਰ ਸਾਹਿਬ ਜਦ ਮੈਂ ਗਿਆ ਸੀ, ਮੈਂ ਸਿਟਿੰਗ ਕਾਉਂਸਲਰ ਜਿਨ੍ਹਾਂ ਨੂੰ ਹੁਣ ਕਾਂਗਰਸ ਨੇ ਟਿਕਟ ਦਿੱਤੀ ਸੀ, ਉਹਨਾਂ ਦੇ 4 ਸਿਟਿੰਗ ਕਾਉਂਸਲਰ ਜੁਆਇਨ ਕਰਾਉਣ ਗਿਆ ਸੀ, ਜਿਹਨੂੰ ਉਹ ਪ੍ਰਧਾਨ ਬਣਾਉਣਾ ਚਾਹੁੰਦੇ ਸੀ, ਜਿਹੜਾ 3 ਵਾਰੀ ਉੱਥੋਂ ਦਾ ਪ੍ਰਧਾਨ ਰਿਹਾ। ਔਰ ਵਿਦ ਫੋਟੋਗ੍ਰਾਫਿਕ ਐਵੀਡੈਂਸ ਇਹ ਗੱਲ ਸਪਸ਼ਟ ਕੀਤੀ ਕਿ ਕਿਸਾਨਾਂ ਨੇ ਮੇਰੇ ਨਾਲ ਗੱਲ ਕੀਤੀ, ਉਹ ਮੇਰੀ ਗੱਲ ਨਾਲ ਦਲੀਲ ਸੁਣ ਕੇ ਉਹਨਾਂ ਨੇ ਆਪ ਦਾ ਰਸਤਾ ਖਾਲੀ ਕਰਨ ਨੂੰ ਕਿਹਾ। ਮਗਰ ਕੁਝ ਲੋਕ ਸਨ ਜਿਹੜੇ ਕਾਂਗਰਸ MLA ਦੇ ਭੇਜੇ ਸਨ, ਜਿਹੜੇ ਚਾਹੁੰਦੇ ਨਹੀਂ ਸੀ ਕਿ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ, ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੈਂ ਉਹੀ ਅਪੀਲ ਕੀਤੀ ਹੈ ਕਿ ਜੇ ਮਾਹੌਲ ਖਰਾਬ ਜਿਸ ਤਰ੍ਹਾਂ ਕਰ ਰਹੇ ਹੋ, ਪੰਜਾਬ 'ਚ ਬਹੁਤ ਵੱਡੀ ਗਿਣਤੀ ਸ਼ਹਿਰਾਂ 'ਚ ਰਹਿੰਦੀ ਹੈ, ਬਾਰਡਰ ਦਾ ਏਰੀਆ, ਉਹ ਇਸ ਮੁੱਦੇ ਤੇ ਚਿੰਤਿਤ ਨੇ। ਸਾਨੂੰ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ, ਕਿਸਾਨੀ ਦੇ ਭਲੇ ਦੀ ਗੱਲ ਕਰਨੀ ਚਾਹੀਦੀ, ਔਰ ਇਹ ਜੀ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਜੋ ਸੈਂਟਰ ਲੀਡਰਸ਼ਿਪ, ਸੈਂਟਰ ਸਰਕਾਰ ਦੀ ਸਾਜ਼ਿਸ਼ ਹੈ ਕਿ ਇਹ ਸ਼ੋਅ ਕਰ ਦੇਣ ਕਿ ਪੰਜਾਬ 'ਚ ਤਾਂ ਜੀ ਗ੍ਰਨੇਡ ਦੀ ਰਿਕਵਰੀ ਬੜੀ ਹੈ, ਟਿਫਨ ਬਾਕਸ ਦੀ ਰਿਕਵਰੀ ਬੜੀ ਹੈ, ਡਰੋਨਸ ਦੀ ਰਿਕਵਰੀ ਬੜੀ ਹੈ, ਮਾਹੌਲ ਖਰਾਬ ਹੈ, ਇਸ ਲਈ ਇੱਥੇ ਰਾਸ਼ਟਰਪਤੀ ਰਾਜ ਲੱਗ ਜਾਏ। I think as responsible people, we all need to be very aware of all this। ਔਰ ਤਦੇ ਮੈਂ ਕਹਿਣਾ ਕਿ ਪੋਲੀਟੀਕਲ ਪਾਰਟੀਜ਼ ਨੀਡ ਟੂ ਕਮ ਟੂਗੇਦਰ ਜੇ ਅਸੀਂ ਮੁੱਦੇ ਪ੍ਰਤੀ ਆਪ ਦੀ ਸੰਵੇਦਨਸ਼ੀਲ ਹੈ। ਔਰ ਜੋ ਕੱਲ ਇਕੱਠ ਹੋਇਆ ਮੁਜ਼ੱਫਰਨਗਰ 'ਚ,
मैं समझदा जद ये देश भर दियां किसान जथेबंदियां ਵੱਖ-ਵੱਖ सूबियां चों आके छतरी थल्ले इकट्ठी होईयां ने सूबे साडे देश की पोलिटिकल पार्टियां नूं भी कुछ सबक सिख के वो रस्ता फॉलो करने की लोड़ है और शांति बनाए रखना सब तो जरूरी गल है। हरियाणे के मुख्यमंत्री कहते हैं कि इस कट का कोई असर नहीं है हरियाणे दे। हाँ जी, हरियाणे के मुख्यमंत्री को बयान दिता गया इस कट का कोई असर नहीं है हरियाणे के किसान जिहड़े ने वो खुश ने इस वे ते। हरियाणे के मुख्यमंत्री साहब नूं एक गल पुछ लियो करनाल गया नूं कितना समा हो गया? थोड़ा हैलीकाप्टर तो लथदा नहीं करनाल, थोड़ा हैलीकाप्टर तो हरियाणे के किसी सूबे च पिछले लंबे समय तो नहीं लथया। और जे किसान थोड़े हक च ने फिर उस तरीके नाल किसानां नूं कुੱਟਣ ਦੀ लोड़ नहीं पैनी सी। और मैं अज दुष्यंत चौटाला जी नूं भी पुछदा है कि तुसीं कहा कि SDM ते एक्शन होना चाहिए जिन्हें वो ऑर्डर किए कि सिर फोड़ते जान किसानां दे, ते अज तक एक्शन क्यों नहीं होया? लिप सर्विस नहीं चलूगी, गरेवाल वालों एक्शन इज नीडेड। बराबर टक्कर लवांगे आपां। गरेवाल हाँ को जी। बयान दिता गया कि बराबर किसानां नाल टक्कर लवांगे आपां। चलो गरेवाल साहब दी तो गरेवाल साहब ही दस सकते हैं। कल हरजीत गरेवाल ने महिला पत्रकारां नाल आई कंडेम दैट टोटली जी। मैं समझदा कि एडे सीनियर और उम्र च भी बुजुर्ग ने किसी भी धी भैन बारे जिस तरीके की शब्दावली उन्होंने वरती है उन्होंने माफ़ी मंगनी चाहिए और ये गलत है जी, मैं उसनूं ठीक नहीं समझदा। ਸਰ ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਲਗਾਇਆ ਕਿ ਜਿਹੜੀ ਕਾਨੂੰਨ ਵਿਵਸਥਾ ਦੀ ਤੁਸੀਂ ਵੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪਰ ਨਾਲ ਦੀ ਨਾਲ ਇੱਕ ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ, ਪਰ ਨਾਲ ਅਕਾਲੀ ਦਲ ਬਾਦਲ ਤੇ ਵੀ ਉਹਨਾਂ ਨੇ ਇਲਜ਼ਾਮ ਲਾਇਆ ਕਿ ਜੋ ਕੁਝ ਅਕਾਲੀ ਸਰਕਾਰ ਵੇਲੇ ਹੋ ਰਿਹਾ ਸੀ ਸੇਮ ਕੰਡੀਸ਼ਨ ਜਿਹੜੀ ਉਹ ਅੱਜ ਪੰਜਾਬ ਦੀ। देखो आम आदमी पार्टी तो कांग्रेस की बी टीम है। इल्जाम लाने तो पहला उन्होंने ये पूछो कि थोड़े 7 MLA गए किधर ने और कईयां नूं तुसीं भेज के वापस भी ले आए हो। थोड़ा जिहड़ा कांग्रेस नाल रोमांच है वो तो मुक नहीं रहा, इसलिए तुसीं ते कांग्रेस रल के खेडदे हो। मैनूं तां हैरानगी होई, आ सैशन सी मैं वोटां दी मंग कीती ते आप आदमी पार्टी चुप करके बैठी रही क्योंकि उन्होंने कांग्रेस की मदद करनी सी। और उसे गवर्नर साहब नाल लीडर ऑफ ऑपोजिशन स्टेज शेयर कर रहे हैं जेडे बिल रोकी बैठे हैं। क्यों नहीं सवाल रखे लोगों के? जे एक दिन का सैशन है तुसी 416 प्रकाश पुरब की गल 100 बारी करो, मगर नाल ही आपदा किसानी ते जेडे अंदोलन च बैठे है वो भी तो हक सच की लड़ाई लड़ रहे, वो भी गुरु के दसे हुए रस्ते ते पहरा दे रहे शांतमई तरीके नाल ते 600 तो वध शहादत दे गए ते जे गल ही गुरु साहब की हो रही है तो फिर उस किसान की भी गल होनी चाहिए जिसनूं खेती नूं सब तो उत्तम धंधा गुरु साहब ने दसिया समत बख्शी है सन। ਸਰ ਸਰ ਚਡੂਨੀ ਦੇ ਵਿੱਚ ਸਰ ਚਡੂਨੀ ਜੀ ਨੇ ਕਿਹਾ ਯੂਪੀ ਇਲੈਕਸ਼ਨ ਦੇ ਵਿੱਚ ਕਿਸਾਨਾਂ ਨੂੰ ਇਕੱਠੇ ਹੋ ਜਾਓ ਤੇ ਯੂਪੀ ਦੇ ਵਿੱਚ ਸ਼ਿਕਸਤ ਦਿਓ। ਕੀ ਤੁਸੀਂ ਸਮਝਦੇ ਹੋ ਕਿ ਯੂਪੀ ਵਿੱਚ ਕਿਸਾਨ ਇਕੱਠੇ ਹੋ ਕੇ ਕੰਮ ਕਰ ਸਕਦੇ? देखो देश के किसान कितने भी इकट्ठे हो गए सब नूं शिकस्त दे देण पीपीए मुद्दे और किसानां नूं क्योंकि बड़ा लंबा समा चाहे वो कांग्रेस की सरकार सी और चाहे वो मौजूदा भाजपा की सरकार है जिन्हां ने बार-बार कहा सीगा कि असीं किसानां दी इनकम दुगनी कर देंगे। दुगनी दा की करनी है? किसानां दे हर इनपुट प्राइस ते भाव वधे आ, उस हिसाब नाल फसलां दे भाव नहीं वधे और जिन्नी कमाई अज डीजल पेट्रोल तो वैट ते टैक्स के रूप च सूबे ते केंद्र की सरकार कर रही है उस तरीके की कमाई तो कदे पहला वेखण नूं नहीं मिली है। ਲੱਖਾਂ ਕਰੋੜ रुपया कमा के ते बोझ पाउण की जगह मदद तो कोई कर नहीं रहा। ਸਰ ਕਿਸਾਨਾਂ ਨੇ 27 ਸਤੰਬਰ ਨੂੰ ਦੇਸ਼ ਬੰਦ ਦਾ ਐਲਾਨ ਕੀਤਾ, ਕੀ ਅਕਾਲੀ ਦਲ ਉਸ ਐਲਾਨ ਦਾ ਸਮਰਥਨ ਕਰਦਾ? ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਕਿਸਾਨੀ ਸੰਬੰਧਿਤ ਜਿੰਨੇ ਵੀ ਐਲਾਨ ਕਿਸਾਨ ਦੀ ਲੀਡਰਸ਼ਿਪ ਨੇ ਜਾਂ ਸੰਯੁਕਤ ਮੋਰਚੇ ਨੇ ਕੀਤੇ ਅਸੀਂ ਹਮੇਸ਼ਾ ਉਹਦਾ ਸਾਥ ਦਿੱਤਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ और किसानों की बड़ी वाजिब मंगां ने सुनिया जानी चाहिए और मैं वरुण गांधी जी के कल के बयान का स्वागत करता। ਮਜੀਠੀਆ ਸਾਹਿਬ ਜਿਹੜੇ ਤੁਸੀਂ ਕਿਹਾ ਤਿੰਨ ਹਿੱਸਿਆਂ 'ਚ ਕਾਂਗਰਸ ਵੰਡੀ ਗਈ ਆ ਪਰ ਪੀਪੀਏ ਦਾ ਇਹ ਤੇ ਆਪਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਨਹੀਂ ਆ ਤੇ ਪੀਪੀਏ ਦਾ ਮੁੱਦਾ ਫਿਰ ਉੱਤੇ देखो मेरा वोटा मंगण का कारण भी ये सी, मैनू भी पता साडी गिनती घट है और मैं यही गल कही सी विधान सभा के इजलास तो पहला कही सी कि कुछ वजीरां ने 4 वजीरां ने कहा कि सानू सीएम ते भरोसा नहीं है। जे तुहानू भरोसा नहीं फिर ढीठा वांगू उत्थे क्यों बैठे हो और जे तुहानू भरोसा नहीं तो तुसी सीएम नू चिट्ठी क्यों लिख रहे हो?
ਕਿ ਬਟਾਲੇ ਨੂੰ ਜ਼ਿਲ੍ਹਾ ਬਣਾਤਾ ਜਾਵੇ। ਜੇ ਤੁਹਾਨੂੰ ਭਰੋਸਾ ਹੀ ਨਹੀਂ ਉਸ ਮੁੱਖ ਮੰਤਰੀ ਤੇ, ਫਿਰ ਤੁਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਨਾ ਪਾਓ। ਜਾਂ ਤੁਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਨੇ, ਜਾਂ ਤੁਸੀਂ ਆਪ ਲੋਕਾਂ ਦੇ ਮੁੱਦੇ ਤੇ ਸੀਰੀਅਸ ਹੋ। ਔਰ ਮੇਰਾ ਇਹੀ ਕੰਮ ਸੀ ਕਿ ਜੇ ਠੋਕੋ ਤਾਲੀ ਕਾਂਗਰਸ ਨੋ ਕੌਨਫੀਡੈਂਸ ਮੋਸ਼ਨ ਲਿਆਊਗੀ, ਅਸੀਂ ਵੋਟਾਂ ਦੀ ਮੰਗ ਕੀਤੀ ਕਿ ਇਹਨਾਂ ਦਾ ਚਿਹਰਾ ਨੰਗਾ ਹੋ ਜਾਊਗਾ ਕਿ ਇਹ ਰਲ ਕੇ ਖੇਡ ਰਹੇ, ਫਿਕਸਡ ਮੈਚ ਖੇਡ ਰਹੇ, ਕਿ ਲੋਕਾਂ ਦੇ ਮੁੱਦੇ ਤੇ ਸੰਵੇਦਨਸ਼ੀਲ ਹੈ। ਉਹ ਸਪਸ਼ਟ ਹੋ ਗਿਆ ਕਿ ਲੋਕਾਂ ਦੇ ਮੁੱਦੇ ਉਹਨਾਂ ਲਈ ਕੋਈ ਮੁੱਦੇ ਨਹੀਂ, ਇਹ ਤਾਂ ਕੱਲਾ ਕੁਰਸੀ ਦੀ ਲੜਾਈ ਹੈ। ਉਹ ਮੈਂ ਚਿਹਰਾ ਨੰਗਾ ਕਰਨਾ ਸੀ, ਉਹਦੇ 'ਚ ਅਸੀਂ ਕਾਮਯਾਬ ਹੋਏ। ਸਰ ਅੱਜ ਬੱਸ ਮੁਲਾਜ਼ਮ ਵੀ ਜਿਹੜੇ 8 ਵਜੇ ਸਮੇਂ ਵਾਸਤੇ ਹੜਤਾਲ ਤੇ ਚਲੇ ਗਏ ਨੇ ਕਿ ਇਹ ਜਿਹੜੇ ਸਾਡੀਆਂ ਮੰਗਾਂ ਨਹੀਂ ਸੀ। ਨਹੀਂ, ਮੈਂ ਦੇਖੋ ਕੱਲ ਟੀਚਰਸ ਡੇ ਵੀ ਸੀ, ਔਰ ਕੱਲ ਟੀਚਰ ਡੇ ਤੇ ਵੀ ਭਾਵੇਂ ਸਿੰਗਲਾ ਸਾਹਿਬ ਇੱਕ ਬਹੁਤ ਹਾਈ ਸਿਕਿਉਰਿਟੀ ਲਾ ਕੇ ਉਹਨਾਂ ਨੇ ਆਪ ਦਾ ਜਿਹੜੇ ਟੀਚਰਸ ਨੂੰ ਸਨਮਾਨਿਤ ਕੀਤਾ, ਮਗਰ ਜਿਹੜੇ ਵੱਡੀ ਗਿਣਤੀ 'ਚ ਸੀ ਉਹ ਆਪ ਦੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਸੀ। ਉਹ ਅਸਲੀ ਆਵਾਜ਼ ਸੀ। ਕਿੱਥੇ ਸਿੰਗਲਾ ਸਾਹਿਬ ਉੱਥੇ ਜਾ ਕੇ ਗੱਲ ਸੁਣਨ ਦੀ ਹਿੰਮਤ ਰੱਖਦੇ, ਤੇ ਮੈਂ ਸਮਝਦਾ ਵਾਕਈ ਸਾਡੇ ਜੋ ਗੁਰੂ ਦਾ ਰੂਪ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ। ਬਟਾਲੇ ਦੀ ਚਿਹਰੇ ਐਲਾਨ ਦੀ ਮੰਗ ਹੋ ਰਹੀ ਜੀ। ਹਾਂਜੀ, ਮੁੱਖ ਮੰਤਰੀ ਚਿਹਰੇ ਐਲਾਨ ਦੀ ਮੰਗ ਹੋ ਰਹੀ ਹੈ ਜੀ, ਉਹਦੇ ਵਰਕਰ ਕਰ ਰਹੇ। ਉਹ ਤਾਂ 8 ਵਜੇ ਤੋਂ ਬਾਅਦ ਹੀ ਹੋ ਸਕਦੀ, ਆਫਟਰ 8 PM। ਸਰ 7 ਤਰੀਕ ਦਾ ਬੜਾ ਰੌਲਾ ਪਿਆ ਜਿਹੜੇ ਜਗ੍ਹਾ ਜਗ੍ਹਾ ਤੇ ਹਾਂਜੀ, ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਵੈਸੇ ਤੁਸੀਂ ਮੰਗ ਕਰਦੇ ਹੋ ਜਾਂ ਤੁਸੀਂ ਕੀ ਕਹਿੰਦੇ ਹੋ, ਬਣਾਉਣਾ ਚਾਹੀਦਾ ਜਾਂ ਨਹੀਂ? ਨਹੀਂ ਮੈਂ ਤਾਂ ਦੇਖੋ ਇਹਨਾਂ ਨੇ ਤਾਂ ਇਹ ਮੰਗ ਹੀ ਕਰ ਰਿਹਾ ਸੀ, ਬਣਾ ਦੇਣਾ। ਸਭ ਗੁਰੂ ਕਿਰਪਾ ਕਰੂ। ਮੈਨੂੰ ਤਾਂ ਮੋਟੀ ਜੀ ਗੱਲ ਹੈ, ਇਹ ਜਿਹੜਾ ਬਿਹਾਈਂਡ ਦਾ ਕਰਟਨਸ ਹੋ ਰਿਹਾ ਨਾ, ਇਹ ਮੈਂ ਤਾਂ ਉਹਦੀ ਗੱਲ ਕਰ ਰਿਹਾ ਕਿ ਜੇ ਤੁਹਾਨੂੰ ਭਰੋਸਾ ਨਹੀਂ ਮੁੱਖ ਮੰਤਰੀ ਤੇ, ਫਿਰ ਤੁਸੀਂ ਮੁੱਖ ਮੰਤਰੀ ਦੇ ਨਾਲ ਕਿਉਂ ਹੋ? ਦੋਵੇਂ ਕੰਮ ਨਹੀਂ ਚੱਲ ਸਕਦੇ। ਵਿਰੋਧੀ ਕਹਿ ਰਹੇ ਨੇ ਕਿ ਜਿਹੜੀ ਅਕਾਲੀ ਦਲ ਸ਼ਾਮਿਲ ਕਰਾ ਰਿਹਾ ਬੀਜੇਪੀ ਨੂੰ, ਕੋਈ ਵੀ ਕਾਰਜਕਰਤਾ ਹੈ, ਕੋਈ ਵੀ ਲੀਡਰਸ਼ਿਪ ਸ਼ਾਮਿਲ ਕਰਾ ਰਿਹਾ, ਔਰ ਰਲ ਮਿਲ ਵੀ ਗੇਮ ਹੈ ਕਿ ਬੀਜੇਪੀ ਦੇ ਸਿਰਫ ਛੱਡ ਕੇ ਜਦੋਂ ਉਹਨੇ ਅਕਾਲੀ ਕੌਣ ਵਿਰੋਧੀ ਕਹਿ ਰਿਹਾ? ਕਾਂਗਰਸੀ ਵੀ ਕਹਿ ਰਹੇ ਨੇ, ਆਮ ਆਦਮੀ ਪਾਰਟੀ ਦੇ। ਜਦੋਂ ਤਾਂ ਮਲਵਿੰਦਰ ਕੰਗ ਜਿਹੜਾ ਜਨਰਲ ਸੈਕਟਰੀ ਆ ਭਾਜਪਾ ਦਾ, ਔਰ ਸਾਬਕਾ ਉਹ ਪ੍ਰਧਾਨ ਰਿਹਾ ਯੂਨੀਵਰਸਿਟੀ ਵਿੰਗ ਦਾ, ਔਰ ਸਭ ਤੋਂ ਨੇੜੇ ਕਮਲ ਸ਼ਰਮਾ ਦਾ ਅਸ਼ਵਨੀ ਸ਼ਰਮਾ ਜੀ ਦਾ ਬੰਦਾ ਮੰਨਿਆ ਗਿਆ, ਉਹ ਆਪ 'ਚ ਜਾਵੇ ਤਾਂ ਠੀਕ ਹੈ। ਤੇ ਜੇ ਕੋਈ ਕਿਸਾਨੀ ਮੁੱਦੇ ਤੇ ਲੜਾਈ ਲੜ ਕੇ ਜਿਹਨੂੰ ਪਾਰਟੀ ਕੱਢ ਦੇਵੇ ਆਪਦੀ ਪਾਰਟੀ 'ਚੋਂ, ਉਹ ਸਾਡੇ ਨਾਲ ਆਵੇ ਤੇ ਨਹੀਂ ਠੀਕ ਹੈ। ਇਹ ਤੋਂ ਹੀ ਸਪਸ਼ਟ ਹੋ ਜਾਂਦਾ ਕਿ ਢਿੱਡ ਪੀੜ ਹੋ ਰਹੀ ਹੈ, ਇਹਨਾਂ ਨੂੰ ਹਾਜਮੋਲਾ ਉਜਮੋਲਾ ਖਵਾ ਦੇਣਾ, ਇਹਨਾਂ ਕੋਲ ਜਾਵੇ ਤੇ ਕੰਮ ਠੀਕ ਹੈ, ਸਾਡੇ ਕੋਲ ਕੋਈ ਆਵੇ ਤੇ ਪ੍ਰੋਬਲਮ ਹੈ। ਇਹ ਸਾਰੇ ਹਾਜਮੋਲਾ ਚਾਹੀਦੀ ਹੈ, ਇਹਨਾਂ ਦਾ ਹੋਰ ਕੋਈ ਨਹੀਂ। ਇਹਨਾਂ ਕੋਲ ਕੋਈ ਚਲੇ ਜਾਏ ਤੇ ਬਹੁਤ ਚੰਗੀ ਗੱਲ। ਸਾਡੇ ਵੇਲੇ ਕੋਈ ਆ ਜਾਏ ਸਾਡੇ ਪਾਰਟੀ ਵਾਲ ਤੇ ਇਹਨਾਂ ਨੂੰ ਢਿੱਡ ਪੀੜ। ਸਰ 7 ਤਰੀਕ ਦਾ ਬੜਾ ਰੌਲਾ ਅੰਮ੍ਰਿਤਸਰ 'ਚ ਪਿਆ, ਬੋਰਡ ਲੱਗੇ ਅੰਦਰ ਵੀ ਸਿੰਘ ਵੱਲੋਂ 7 ਤਰੀਕ ਨੂੰ ਨਵਾਂ ਗਿਫਟ ਦਿੱਤਾ ਜਾਏਗਾ। ਕੀ ਮੰਨਦੇ ਜੀ? ਕਾਹਦੇ ਬਸ ਲੱਗ ਜੂ ਪਤਾ ਭਰਾ, ਤੁਹਾਨੂੰ ਦੇਣਾ ਹੋਣਾ ਕੁਛ। ਇਹ ਸ਼ੁਕਰ ਹੈ ਦਰਸ਼ਨ ਦੇਣ ਲੱਗ ਪਏ ਆ। 5-5 ਸਾਲ ਦਰਸ਼ਨ ਨਹੀਂ ਦਿੱਤੇ। ਇਹ ਉਸ ਗੱਲ ਦੀ ਤਸੱਲੀ ਹੈ ਕਿ ਦਰਸ਼ਨ ਤਾਂ ਦੇਣਗੇ ਹੁਣ, ਭਾਵੇਂ ਐਲਾਨ ਕੇ ਦੇਣ ਲੱਗੇ। ਮਜੀਠੀਆ ਸਾਹਿਬ, ਜ਼ਿਲ੍ਹਿਆਂ ਵਾਲੇ ਬਾਗ ਦਾ ਨਵੀਨੀਕਰਨ ਦਾ ਜਿਹੜਾ ਮੁੱਦਾ ਉਹ ਵੀ ਲਗਾਤਾਰ ਜਿਹੜਾ ਭਖਦਾ ਜਾ ਰਿਹਾ, ਕੇਂਦਰ ਸਰਕਾਰ ਨੂੰ ਜਿਹੜਾ ਉੱਥੇ ਛੇੜਛਾੜ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ, ਇਹਦੇ ਬਾਰੇ ਦੇਖੋ ਇਹ ਬੜੀ ਦੁਖਦਾਈ ਗੱਲ ਹੈ ਕਿ ਦੁਨੀਆ ਭਰ 'ਚ ਜੋ ਇਹ ਜੀ ਯਾਦਗਾਰਾਂ ਨੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ, ਮਗਰ ਇੱਥੇ ਪ੍ਰੀਜ਼ਰਵੇਸ਼ਨ ਨਹੀਂ ਕੀਤੀ। ਇੱਥੇ ਤਾਂ ਬਿਊਟੀਫਿਕੇਸ਼ਨ ਤੇ ਰੈਨੋਵੇਸ਼ਨ ਕਰਤੀ ਹੈ, ਚੱਕ ਕੇ ਬਿਲਕੁਲ ਹੀ ਤਬਦੀਲੀ ਕਰਤੀ ਜਿਹੜੀ ਨਹੀਂ ਹੋਣੀ ਚਾਹੀਦੀ। ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕਈ ਜਗ੍ਹਾ ਤੇ ਜਾਓ, ਜਿਹੜੇ ਕਈ ਦੇਸ਼ਾਂ ਨੇ ਤਾਂ ਉਹ ਸੀਨ ਨੂੰ ਐਜ਼ ਇਟ ਇਜ਼ ਰਿਸਟੋਰ ਕੀਤਾ ਹੈ, ਜਾਂ ਜੇ ਖੂਨ ਦੇ ਧੱਬੇ ਪਏ ਆ ਉਹਨੂੰ ਵੀ ਰਿਸਟੋਰ ਕਰਨ ਦੀ ਕੋਸ਼ਿਸ਼ ਕੀਤੀ ਆ। ਔਰ ਇਸ ਤਰੀਕੇ ਦਾ ਬਿਲਕੁਲ ਇੱਕ ਮਾਡਰਨ ਲੁੱਕ ਦੇਣਾ, ਉੱਥੇ ਰੰਗ ਬਰੰਗੀਆਂ ਲਾਈਟਾਂ ਜਗਾਉਣੀਆਂ, ਲਾਈਟ ਸ਼ੋ ਕਰਨਾ, ਆਈ ਥਿੰਕ ਇਹ ਬੜਾ ਡਿਸਰਿਸਪੈਕਟਫੁਲ ਹੈ ਜੀ। ਇਹ ਨਹੀਂ ਚਾਹੀਦਾ। ਇੱਕ ਸਰਵੇ ਹੋਇਆ ਜੀ, ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ, ਸੀਟਾਂ ਦਿੱਤੀਆਂ ਜਾ ਰਹੀਆਂ 50 ਤੋਂ 55, ਸ਼੍ਰੋਮਣੀ ਅਕਾਲੀ ਦਲ ਨੂੰ ਘੱਟ ਤੇ ਉਹ ਕਾਂਗਰਸ ਨੂੰ ਦਿੱਤੀ। ਮੇਰਾ ਉਹ ਕਾਗਜ਼ ਦੇ ਦਿਓ ਜੀ ਮੇਰਾ। ਇਹ ਬਹੁਤ ਚੰਗੀ ਗੱਲ ਹੈ ਜੀ, ਇਹ ਸਰਵੇ ਬੜਾ ਚੰਗਾ ਹੋਇਆ। ਸਾਡੇ ਤਾਂ ਇਹ ਸਰਵਾ ਹਮੇਸ਼ਾ ਫਾਇਦਾ ਕਰਕੇ ਗਿਆ। ਪਿਛਲੀ ਵਾਰੀ ਆਹੀ ਸੀ ਵੋਟਰ ਨੇ ਸਰਵੇ ਕੀਤਾ ਸੀ ਆਪ ਦਾ, ਔਰ ਇਹਨਾਂ ਨੇ ਕਿਹਾ ਸੀ ਇਹਨਾਂ ਨੂੰ 90 ਤੋਂ 100 ਸੀਟਾਂ ਆਉਣੀਆਂ ਕਾਂਗਰਸ ਨੂੰ। ਆ ਮੈਂ ਕੋਈ ਕਾਗਜ਼ ਹੈ, ਮੈਂ ਤੁਹਾਨੂੰ ਚਾਹੀਦਾ ਤੇ ਸ਼ੇਅਰ ਕਰ ਲਓ, ਤੁਸੀਂ ਰੈਫਰੈਂਸ ਪੁਆਇੰਟ ਲਈ ਰੱਖ ਲਿਓ। 2017 ਦੇ ਓਪੀਨੀਅਨ ਪੋਲ ਇਹਨਾਂ ਨੇ ਕੱਢਿਆ ਸੀ, 11 ਸੀਟਾਂ ਦਿੱਤੀਆਂ ਸੀ ਕਾਂਗਰਸ ਨੂੰ ਤੇ ਆਈਆਂ 77।
ਤੇ ਜਿਨ੍ਹਾਂ ਨੂੰ ਦਿੱਤੀਆਂ ਸੀ 97, ਉਹਨਾਂ ਦੀਆਂ ਆਈਆਂ 20 ਆਪ ਨੂੰ। ਐਤਕੀ ਦਿੱਤੀਆਂ 50 ਤੋਂ 55, ਤੇ ਜਦੋਂ 97 ਦਿੱਤੀਆਂ 20 ਆਈਆਂ, ਤੇ ਹੁਣ 50 ਦੇ ਰਹੇ ਤੇ ਮੈਨੂੰ ਲੱਗਦਾ 1 ਆਊਗੀ। ਇਹਦਾ ਤਾਂ ਇਹੀ ਮਤਲਬ ਹੈ ਉਹਨਾਂ ਦਾ। ਸਿਆਣਾ ਤਾਂ ਸਮਝ ਜਾਂਦਾ। ਔਰ ਕੱਲਾ ਇੱਕ ਜਗ੍ਹਾ ਨਹੀਂ, ਆ ਮੇਰੇ ਕੋਲ 2017 ਦਾ ਉੱਤਰਾਖੰਡ ਦਾ ਵੀ ਇਹਨਾਂ ਨੇ ਕੀਤਾ ਸੀ, ਜਿਸ 'ਚ ਰਾਵਤ ਸਾਹਿਬ ਆ ਭਰ ਗਏ ਸੀ। ਉਦੋਂ ਇਹਨਾਂ ਨੇ ਮੈਜੋਰਿਟੀ ਕਾਂਗਰਸ ਨੂੰ ਦਿੱਤੀ ਸੀ, 34 ਤੋਂ 38 ਸੀਟਾਂ ਆਈਆਂ, 11 ਸੀਟਾਂ, ਸਰਕਾਰ ਬਣ ਗਈ ਭਾਜਪਾ ਦੀ। ਇਸੇ ਤਰ੍ਹਾਂ ਛੱਤੀਸਗੜ੍ਹ 'ਚ 18 'ਚ ਇਹਨਾਂ ਨੇ ਭਾਜਪਾ ਨੂੰ ਦਿੱਤੀ ਸੀ 43 ਸੀਟਾਂ ਤੇ ਆਈਆਂ 15 ਸੀਟਾਂ। ਔਰ ਇਸੇ ਤਰ੍ਹਾਂ ਤੇਲੰਗਾਨਾ 'ਚ ਇਹਨਾਂ ਨੇ TRS ਨੂੰ ਦਿੱਤੀ ਸੀ 42 ਸੀਟਾਂ ਤੇ ਆਈਆਂ 88। ਇਹਨਾਂ ਨੇ ਮੈਜੋਰਿਟੀ ਇਹਨਾਂ ਨੇ ਦਿੱਤੀ ਸੀ TDP ਨੂੰ। ਇਹ 'ਚ ਕਈ ਸਰਵੇ ਆ ਇਹਨਾਂ ਦੇ ਜਿਹੜੇ ਲਗਭਗ ਗਲਤੀ ਆਏ ਆ। ਇਸ ਲਈ ਚਲੋ ਇਹ ਕਿਹਨੇ ਦਿੱਤੇ ਆ, ਕਿਉਂ ਦਿੱਤੇ, ਇਹਦੇ ਪਿੱਛੇ ਕੀ ਮਨਸ਼ਾ ਹੈ, ਇਹ ਉਹਨਾਂ ਦੀ ਉਹ ਦੱਸ ਸਕਦੇ ਆ ਤੇ ਕਰਾਉਣ ਵਾਲੇ ਦੱਸ ਸਕਦੇ। ਜਿਨ੍ਹਾਂ ਨੇ ਕਰਾਏ, ਜਿਨ੍ਹਾਂ ਦੀ ਸੀਟਾਂ ਵਾਧਾ ਲੱਗਦਾ ਉਹਨਾਂ ਨੇ ਕਰਾਇਆ। ਇਹ ਪਿਛਲੀ ਵਾਰੀ ਵੀ ਕਰਾਇਆ ਸੀ, ਉਦੋਂ ਨਹੀਂ ਚੱਲਿਆ ਕੰਮ, ਆ ਹੁਣ ਵੀ ਤੇ ਹੋਰ ਕੰਮ। ਜੀ ਸਭ ਸੈਂਟਰ ਗਵਰਨਮੈਂਟ ਕਈ ਨਿੱਜੀਕਰਨ ਕਰੀ ਜਾ ਰਹੀ ਹੈ। ਕਾਫੀ ਕੰਪਨੀਆਂ ਐਸੀਆਂ ਜਿਹੜੀਆਂ ਪ੍ਰਾਈਵੇਟ ਦਿੱਤੀਆਂ ਜਾ ਰਹੀਆਂ 20 ਤੋਂ 25 ਸਾਲ ਵਾਸਤੇ। ਕਿਹਾ ਜਾ ਰਿਹਾ ਵੀ 6 ਲੱਖ ਕਰੋੜ ਰੁਪਏ ਤੋਂ ਕਮਾਵਾਂਗੇ। ਇਹ ਕਿੱਥੋਂ ਤੱਕ ਠੀਕ ਹੈ? ਇਨ ਵਾਟ ਰੈਫਰੈਂਸ ਯਾਰ, ਮਤਲਬ ਤੁਸੀਂ ਕੇਸ ਮਸਲੇ ਦੇ ਉੱਤੇ ਸਰ ਅੰਮ੍ਰਿਤਸਰ 에ਅਰਪੋਰਟ ਵੀ ਜਿਹੜਾ ਨਾ 500 ਕਰੋੜ ਦੇ ਵਿੱਚ ਕਿਹਾ ਜਾ ਰਿਹਾ ਵੀ ਉਹਨੂੰ ਪ੍ਰਾਈਵੇਟਾਈਜ਼ ਕਰ ਰਹੇ ਨੇ, ਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਰੇਲਵੇ ਸਟੇਸ਼ਨ ਵੀ ਅੰਮ੍ਰਿਤਸਰ ਦਾ ਉਹਦੇ 'ਚ ਹੀ ਹੈ ਜੀ। ਦੇਖੋ ਕਈ ਚੀਜ਼ਾਂ ਪ੍ਰਾਈਵੇਟਾਈਜ਼ ਹੋਣੀਆਂ ਮੈਂ ਸਮਝਦਾ ਹੈ ਦੇਸ਼ ਦੇ ਹਿੱਤ 'ਚ ਨਹੀਂ ਹੈ। ਔਰ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰਨਾ ਔਰ ਸਪੈਸ਼ਲੀ 2 ਘਰਾਣਿਆਂ ਦੇ ਹੱਥ 'ਚ ਦੇਣਾ, ਅਸੀਂ ਉਹਦੇ ਖਿਲਾਫ ਆ। ਔਰ ਜਿਸ ਤੇ ਵੱਡੀ ਗਿਣਤੀ 'ਚ, ਕਿਉਂਕਿ ਸੂਬਾ ਇੱਕ ਵੈਲਫੇਅਰ ਸੂਬਾ ਹੁੰਦਾ, ਵੈਲਫੇਅਰ ਸੂਬੇ ਨੂੰ ਆਪਣੀ ਜ਼ਿੰਮੇਵਾਰੀਆਂ ਹੈਲਥ 'ਚ, ਐਜੂਕੇਸ਼ਨ 'ਚ, ਔਰ ਮੈਂ ਰੇਲਵੇਜ਼ ਵੀ ਕਹਿ ਸਕਦਾ ਕਿਉਂਕਿ ਰੇਲਵੇਜ਼ ਨੂੰ ਵੱਡੀ ਗਿਣਤੀ ਯੂਜ਼ ਲੋਅਰ ਇਨਕਮ ਗਰੁੱਪ ਵਾਲੇ ਕਰਦੇ ਆ। ਇਹ ਜੀ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰਨਾ, ਫਿਰ ਸਾਰੀ ਚੀਜ਼ਾਂ ਦੇ ਰੇਟ ਵਧੂਗੇ ਔਰ ਬੋਝ ਆਮ ਲੋਕਾਂ ਤੇ ਪੈਣਾ, ਜਿਹਦੇ ਮੈਂ ਖਿਲਾਫ। ਠੀਕ ਆ ਜੀ। ਸੋ ਮੈਂ ਫੇਰ ਇੱਕ ਵਾਰੀ ਜਿਹੜੇ ਚੇਅਰਪਰਸਨ ਤੇ ਉਹਨਾਂ ਦੇ ਸਾਥੀ ਤੇ ਸਾਰੇ ਆ ਸ਼ਾਮਲ ਹੋਏ ਆ ਦੀਨਾਨਗਰ ਹਲਕੇ ਤੋਂ, ਉਹਨਾਂ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮਚ। ਮੈਨੂੰ ਤਾਂ ਲੱਗਦਾ ਤੁਸੀਂ ਕਰ ਰਹੇ ਹੋ। ਵੇਖੋ ਇੱਕ ਗੱਲ ਦੀ ਤੁਹਾਨੂੰ ਵਧਾਈ ਹੈ, ਪਹਿਲਾਂ ਕਿਵੇਂ ਡਿਸਕੋ ਡਾਂਸ ਕਰਦਾ ਸੀ ਸਟੇਜ ਤੇ, ਤੁਸੀਂ ਵੇਖਿਆ ਹੀ ਹੋਣਾ ਜਿਸ ਦਿਨ ਬਣਿਆ ਸੀ। ਔਰ ਜਿਸ ਦਿਨ 15 ਅਗਸਤ ਵਾਲੇ ਦਿਨ ਉਹ ਇਹੋ ਜਿਹਾ ਚੱਕਰ ਪਤਾ ਨਹੀਂ ਤੁਸੀਂ ਚਲਾਇਆ। ਹੁਣ ਤੁਸੀਂ ਮੇਰਾ ਸਵਾਲ ਪੁੱਛਦੇ ਹੋ ਤੇ ਇਕੱਲਾ ਹੱਥ ਨਾਲ ਇਸ਼ਾਰਾ ਕਰਦਾ। ਖੜ ਜੇ ਮਹੀਨਾ ਮੈਨੂੰ ਲੱਗਦਾ ਉਹ ਵੀ ਇਸ਼ਾਰਾ ਬੰਦ ਕਰਾ ਦਿਆਂਗੇ, ਗੁਰੂ ਕਿਰਪਾ ਕਰੋ। ਐਕਟਿਵ ਬੜੇ ਆਪਣੇ ਏਰੀਏ 'ਚ। ਹਾਂਜੀ ਸਿੱਧੂ ਸਾਹਿਬ ਆਪਣੇ ਹਲਕੇ 'ਚ ਐਕਟਿਵ ਬੜੇ। ਆ ਤੁਸੀਂ ਬਚ ਕੇ ਰਹੋ ਜੀ, ਤੁਹਾਡੇ 'ਚ ਨਾ ਵੱਜਣਾ। ਥੈਂਕ ਯੂ।